हाँ जी स्टूडेंट, ਤੁਹਾਡਾ ਸਵਾਗਤ ਹੈਗਾ ਹਿਸਟਰੀ ਮਾਸਟਰ ਚੈਨਲ ਦੇ ਉੱਪਰ। ਸੋ ਅੱਜ ਅਸੀਂ 8057 ਦਾ ਜਿਹੜਾ ਮੈਪ ਹੈਗਾ ਉਸ ਦੇ ਬਾਰੇ ਜਿਹੜੀ ਗੱਲ ਕਰਾਂਗੇ। ਕਲੀਅਰ ਜੀ, 8057 ਦਾ ਜੋ ਮੈਪ ਸੀਗਾ ਉਸ ਦੇ ਬਾਰੇ ਗੱਲ ਕਰਾਂਗੇ। ਚਲੋ ਜੀ ਸਟਾਰਟ ਕਰਦੇ ਹਾਂ। ਹਾਂਜੀ, ਸਭ ਤੋਂ ਪਹਿਲਾਂ ਅਸੀਂ ਕੀ ਦੇਖਣਾ ਹੈਗਾ ਕਿ ਮੈਪ ਦੇ ਵਿੱਚ ਕੀ ਹੈਗਾ, ਅਸੀਂ ਫਿਲ ਕਰਨਾ ਹੈਗਾ, ਮਤਲਬ ਕਿ ਹਰ ਇੱਕ ਚੀਜ਼ ਨੂੰ ਫਿਲ ਕਰਨਾ ਹੈਗਾ ਕਿ ਕਿੱਥੇ ਕੋਈ ਕੰਟਰੀ ਆ, ਕਿਤੇ ਕੋਈ ਸਟੇਟ ਹੈ, ਕਿਹੜਾ ਪਾਰਟ ਇੰਡੀਆ ਦੇ ਵਿੱਚ ਹੈਗਾ, ਕਿਹੜਾ ਪਾਰਟ ਇੰਡੀਆ ਦੇ ਵਿੱਚ ਨਹੀਂ ਹੈ। ਪਰ ਉਸ ਤੋਂ ਪਹਿਲਾਂ ਇੱਕ ਜ਼ਰੂਰ ਧਿਆਨ ਰੱਖਣਾ ਹੈਗਾ, ਜਦੋਂ ਵੀ ਆਪਾਂ ਕੋਈ ਕੰਟਰੀ ਜਾਂ ਸਟੇਟ ਫਿਲ ਕਰਨਾ ਹੈਗਾ ਉਸ ਤੋਂ ਪਹਿਲਾਂ ਅਸੀਂ ਇਹ ਧਿਆਨ ਦੇਣਾ ਹੈ ਕਿ ਜਿਹੜਾ ਸਾਡਾ ਮੈਪ ਹੈ ਉਹਦਾ ਟਾਈਮ ਪੀਰੀਅਡ ਕਿਹੜਾ ਹੈ। ਕਲੀਅਰ ਜੀ, ਉਹਦਾ ਟਾਈਮ ਕੀ ਆ। ਜਿਵੇਂ ਆਪਾਂ ਗੱਲ ਕਰਾਂ 8056 ਦੇ ਵਿੱਚ ਜਿਹੜਾ ਮੈਪ ਸੀਗਾ, ਦੇਖੋ ਇਸ ਸਮੇਂ ਕੀ ਸੀਗਾ ਕਿ ਅੰਗਰੇਜ਼ਾਂ ਦੇ ਅਧੀਨ ਜਿਹੜੇ ਸਾਡੇ ਸਟੇਟ ਸੀਗੇ ਉਹ ਆਏ, ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਪਰ ਹੁਣ ਸਾਨੂੰ ਇੱਥੇ ਤੱਕ ਪਤਾ ਹੋਣਾ ਚਾਹੀਦਾ ਕਿ 8056 ਦੇ ਟਾਈਮ ਕੀ ਸੀਗਾ, ਕਿਹੜੀ ਜਿਹੜੀ ਸਟੇਟ ਸੀਗੀ ਉਹ ਅੰਗਰੇਜ਼ਾਂ ਦੇ ਅਧੀਨ ਆਈ। ਕਲੀਅਰ, ਇਹ ਤੁਸੀਂ ਯਾਦ ਰੱਖਣਾ ਹੈਗਾ ਕਿ ਕਿਹੜੀ ਸਟੇਟ ਨੂੰ ਇਸ ਟਾਈਮ ਕੀ ਸੀਗਾ, ਅੰਗਰੇਜ਼ਾਂ ਨੇ ਆਪਣੇ ਅੰਪਾਇਰ ਦੇ ਵਿੱਚ ਕੀ ਸੀਗਾ ਇਨਵੋਲਵ ਆ ਜਿਹੜਾ ਕਰ ਲਿਆ ਸੀ। ਤਾਂ ਸਭ ਤੋਂ ਪਹਿਲਾਂ ਇਹ ਜੀ ਜ਼ਰੂਰ ਧਿਆਨ ਦੇ ਵਿੱਚ ਤੁਸੀਂ ਰੱਖਣੀ ਆ ਕਿ ਟਾਈਮ ਕੀ ਹੈ, ਕਿ ਉਸ ਟਾਈਮ ਜਿਹੜੀ ਸਟੇਟ ਦੀ ਅਸੀਂ ਗੱਲ ਕਰ ਰਹੇ ਕਿ ਉਹ ਇਨਵੋਲਵ ਕਰ ਲਈ ਗਈ ਸੀ ਜਾਂ ਨਹੀਂ ਕਰ ਲਈ ਗਈ ਸੀ, ਉਹ ਤੁਸੀਂ ਜ਼ਰੂਰ ਧਿਆਨ ਰੱਖਣਾ। ਚਲੋ ਜੀ ਸਟਾਰਟ ਕਰਦੇ ਹਾਂ ਆਪਾਂ। ਪਹਿਲਾਂ ਆਪਾਂ ਉੱਪਰੋਂ ਫਿਲ ਕਰਾਂਗੇ ਮੈਪ ਨੂੰ। ਕਲੀਅਰ ਜੀ, ਚਲੋ ਜੀ ਸਟਾਰਟ ਕਰਦੇ ਹਾਂ। ਮੈਪ ਦੀ ਉੱਦਾਂ ਹੀ ਚਾਰ ਡਾਇਰੈਕਸ਼ਨ ਜਿਹੜੀ ਆਪਾਂ ਦੇਖਦੇ ਹੈਗੇ ਆ ਨਾ, ਚਾਰ ਡਾਇਰੈਕਸ਼ਨ ਹੈਗੇ ਆ, ਨੌਰਥ ਹੈਗੇ ਆ, ਈਸਟਰਨ ਹੈਗੇ ਆ, ਵੈਸਟਰਨ ਐਂਡ ਡੈਕਨ, ਜਿਹਨੂੰ ਅਸੀਂ ਦੱਖਣ ਕਹਿੰਦੇ ਹੈਗੇ ਆ। ਚਾਰ ਡਾਇਰੈਕਸ਼ਨ ਆਪਾਂ ਦੇਖਦੇ ਤੁਹਾਨੂੰ ਜ਼ਰੂਰ ਪਤਾ ਹੀ ਆ। ਚਲੋ ਜੀ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਕੀ ਕਰ ਲੈਣਾ, ਇੱਥੇ ਲਿਖ ਲੈਣਾ ਹਿਮਾਲਿਆ। ਠੀਕ ਆ, ਹਿਮਾਲਿਆ ਪਰਬਤ ਇੱਥੇ ਤੁਸੀਂ ਲਿਖ ਲੈਣਾ ਹੈਗਾ ਗਾ। ਹਿਮਾਲਿਆ ਦੇ ਉੱਪਰ ਤੁਸੀਂ ਲਿਖੋਗੇ, ਦੇਖੋ ਹਿਮਾਲਿਆ ਦੇ ਉੱਪਰ ਲਿਖੋਗੇ ਚੀਨ ਤੇ ਪਰਬਤ ਦੇ ਉੱਪਰ ਲਿਖ ਦੋਗੇ ਤਿੱਬਤ। ਕਲੀਅਰ ਜੀ, ਉਸੇ ਹੀ ਤਰੀਕੇ ਨਾਲ ਹਿਮਾਲਿਆ ਦੇ ਨੀਚੇ ਕੀ ਲਿਖ ਦੋਗੇ, ਨੇਪਾਲ, ਤੇ ਪਰਬਤ ਦੇ ਨੀਚੇ ਇੱਧਰ ਕੀ ਲਿਖ ਦੋਗੇ, ਭੂਟਾਨ। ਦੇਖੋ ਇਸ ਦੇ ਨਾਲ ਕੀ ਹੈਗਾ, ਸਾਡੇ ਚਾਰ ਜਿਹੜੇ ਪਲੇਸ ਨੇ ਉਹ ਫਿਲ ਹੋ ਗਏ। ਦੇਖੋ ਚਾਈਨਾ ਹੋ ਗਿਆ, ਤਿੱਬਤ, ਨੇਪਾਲ, ਭੂਟਾਨ। ਹਿਮਾਲਿਆ ਆਪਾਂ ਸੈਂਟਰ ਦੇ ਵਿੱਚ, ਇੱਥੇ ਹਿਮਾਲਿਆ ਰੇਂਜ ਜਿਹੜੀਆਂ ਹੈਗੀਆਂ ਨੇ ਇਹ ਹਿਮਾਲਿਆ ਰੇਂਜ ਆ। ਇੱਥੇ ਹਿਮਾਲਿਆ, ਇੱਥੇ ਅਸੀਂ ਪਰਬਤ ਲਿਖ ਲਿਆ। ਦੇਖੋ ਹਿਮਾਲਿਆ ਦੇ ਉੱਪਰ ਕੀ ਆ ਜੇ ਚਾਈਨਾ, ਹਿਮਾਲਿਆ ਦੇ ਨੀਚੇ ਨੇਪਾਲ, ਪਰਬਤ ਦੇ ਉੱਪਰ ਤਿੱਬਤ ਤੇ ਉਸ ਦੇ ਨੀਚੇ ਭੂਟਾਨ। ਇੱਥੇ ਤੱਕ ਤੁਸੀਂ ਫਿਲ ਕਰ ਲਿਆ। ਤੇ ਇੱਥੇ ਹੀ ਭੂਟਾਨ ਦੇ ਤੁਸੀਂ ਨੀਚੇ ਲਿਖ ਦੇਣਾ ਹੈਗਾ ਅਸਾਮ। ਕਲੀਅਰ, ਇੱਥੇ ਤੱਕ ਦੇਖੋ ਤੁਸੀਂ ਲਿਖ ਲਿਆ। ਉਸ ਤੋਂ ਬਾਅਦ ਅਸੀਂ ਨੌਰਥ ਨੂੰ ਦੇਖਦੇ, ਇੱਥੇ ਕਸ਼ਮੀਰ ਇੱਥੇ ਆਪਣਾ ਆ ਜਾਏਗਾ। ਕਸ਼ਮੀਰ ਤੋਂ ਜਿਹੜਾ ਉੱਪਰਲਾ ਪਾਰਟ ਹੈ ਇਹ ਹੈ ਅਫਗਾਨਿਸਤਾਨ। ਕਲੀਅਰ, ਇਹ ਤੁਸੀਂ ਫਿਲ ਕਰ ਲੈਣਾ ਹੈਗਾ ਗਾ। ਫਿਰ ਜਿਹੜਾ ਇਹ ਪਾਰਟ ਤੁਹਾਨੂੰ ਦਿਖ ਰਿਹਾ ਹੈਗਾ, ਕਲੀਅਰ ਜੀ, ਇਸ ਦੇ ਵਿੱਚ ਜਿਹੜਾ ਇਹ ਪਾਰਟ ਹੈਗਾ ਇਹ ਹੈ ਪੰਜਾਬ। ਅਸੀਂ ਉਸ ਟਾਈਮ ਪੰਜਾਬ ਦੀ ਗੱਲ ਕਰ ਰਹੇ 8056 ਦੇ ਵਿੱਚ ਜਿਹੜਾ ਪੰਜਾਬ ਸੀਗਾ, ਕਿਉਂਕਿ ਉਦੋਂ ਪੰਜਾਬ ਹਜੇ ਡਿਵਾਈਡ ਨਹੀਂ ਹੋਇਆ ਸੀ ਪਾਕਿਸਤਾਨ ਦੇ ਵਿੱਚ। ਕਲੀਅਰ ਜੀ, ਤਾਂ ਕਰਕੇ ਉਸ ਟਾਈਮ ਅਸੀਂ ਪੰਜਾਬ ਦੀ ਗੱਲ ਕਰ ਰਹੇ, ਜਿਸ ਦੀ ਕੈਪੀਟਲ ਕਿਹੜੀ ਸੀ, ਲਾਹੌਰ। ਕਲੀਅਰ, ਤਾਂ ਯਾਦ ਰੱਖਣਾ ਹੈਗਾ ਇੱਥੇ ਹੀ ਸਾਡੀਆਂ ਜਿਹੜੀਆਂ ਪੰਜ ਦਰਿਆ ਨੇ ਉਹ ਇੱਥੇ ਹੀ ਸਾਨੂੰ ਦੇਖਣ ਨੂੰ ਮਿਲਦੇ ਆ, ਜਿਨ੍ਹਾਂ ਦੇ ਉੱਪਰ ਕੀ ਸੀਗਾ ਨਾਮ ਜਿਹੜਾ ਪਿਆ 5+ਆ ਮਤਲਬ ਪੰਜਾਬ। ਕਲੀਅਰ ਜੀ, ਓਕੇ। ਕਿਹੜੇ ਹੈਗੇ ਸੀ ਉਹ ਯਾਦ ਜ਼ਰੂਰ ਰੱਖਣਾ ਹੈਗਾ ਗਾ। ਦੇਖੋ ਜੇਕਰ ਤੁਸੀਂ ਰਿਵਰ ਨੂੰ ਇੱਥੇ ਤੁਸੀਂ ਫਿਲ ਕਰ ਦੋਗੇ, ਚਨਾਬ ਆ ਜਾਏਗਾ, ਜੇਹਲਮ, ਚਨਾਬ, ਰਾਵੀ, ਬਿਆਸ, ਸਤਲੁਜ, ਇਹ ਇੰਡਸ ਆ ਜਾਏਗੀ ਇੱਥੇ। ਕਲੀਅਰ, ਤਾਂ ਇੱਦਾਂ ਤੁਸੀਂ ਉਰੇ ਫਿਲ ਕਰ ਲੈਣੀ ਆ ਰਿਵਰ। ਕਲੀਅਰ, ਇੱਥੇ ਸਾਡਾ ਇਹ ਵੀ ਸਾਰਾ ਦਾ ਸਾਰਾ ਕੀ ਹੋ ਜਾਏਗਾ, ਫਿਲ ਹੋ ਜਾਏਗਾ। ਇਸ ਦੇ ਨੀਚੇ ਹੀ ਬਿਆਸ ਦੇ ਨੀਚੇ ਹੀ ਤੁਸੀਂ ਦੇਖੋਗੇ ਪਟਿਆਲਾ ਫਿਲ ਕਰ ਦੋਗੇ, ਪਟਿਆਲੇ ਦੇ ਨਾਲ ਹੀ ਲੱਗਦਾ ਇੱਥੇ ਦਿੱਲੀ ਫਿਲ ਕਰ ਦੋਗੇ। ਦੇਖੋ ਇੱਥੇ ਤੱਕ ਤੁਸੀਂ ਫਿਲ ਕਰ ਲੈਣਾ ਹੈਗਾ। ਕਲੀਅਰ ਜੀ, ਉਸ ਤੋਂ ਬਾਅਦ ਅਸੀਂ ਨੇਪਾਲ 'ਤੇ ਆ ਜਾਵਾਂਗੇ। ਨੇਪਾਲ ਦੇ ਨਾਲ ਹੀ ਲਿਖੋਗੇ ਅਵਧ। ਕਲੀਅਰ, ਇੱਥੇ ਅਵਧ ਲਿਖ ਲਓ। ਅਵਧ ਦੇ ਨਾਲ ਇਹ ਲਿਖ ਲਓਗੇ ਤੁਸੀਂ ਬਿਹਾਰ ਦਾ ਏਰੀਆ ਜਿਹੜਾ ਆ ਗਿਆ। ਫਿਲਹਾਲ ਤੁਸੀਂ ਇੱਥੇ ਤੱਕ ਲਿਖੋਗੇ। ਕਲੀਅਰ ਜੀ, ਉਸ ਤੋਂ ਬਾਅਦ ਅਸੀਂ ਥੋੜ੍ਹਾ ਜਿਹਾ ਈਸਟਰਨ ਵੱਲ ਦੇਖਦੇ ਹੈਗੇ ਆ। ਇੱਥੇ ਦੇਖੋ ਇਹ ਹੈਗਾ ਬਰਮਾ ਦਾ ਏਰੀਆ ਆ ਗਿਆ ਸਾਰਾ। ਠੀਕ ਆ ਜੀ, ਇੱਥੇ ਪੈਗੂ ਆ ਜਾਏਗਾ ਸਾਡਾ। ਇਹ ਬੰਗਾਲ, ਠੀਕ ਹੈ, ਬੰਗਾਲ ਦੇ ਨਾਲ ਇੱਥੇ ਕੀ ਰਹਿ ਜਾਏਗਾ, ਕਲਕੱਤਾ ਰਹਿ ਜਾਏਗਾ। ਇੱਥੇ ਤੱਕ ਤੁਸੀਂ ਫਿਲ ਕਰ ਲੈਣਾ ਹੈਗਾ ਗਾ। ਕਲੀਅਰ, ਪਹਿਲਾਂ ਅਸੀਂ ਓਵਰਆਲ ਫਿਲ ਕਰਾਂਗੇ ਜਿਹੜੀ ਬਾਉਂਡਰੀ ਹੈਗੀ ਆ। ਉਸ ਤੋਂ ਬਾਅਦ ਅਸੀਂ ਨੀਚੇ ਵੱਲ ਦੇਖਦੇ ਹੈਗੇ ਆ। ਨੀਚੇ ਦੇਖੋ ਇੱਥੇ ਬੰਗਾਲ ਦੀ ਖਾੜੀ ਆ ਜਾਏਗਾ। ਕਲੀਅਰ, ਬੰਗਾਲ ਦੀ ਖਾੜੀ। ਉਸ ਤੋਂ ਬਾਅਦ ਇੱਥੇ ਸਾਡੇ ਜਿਹੜੇ ਟਾਪੂ ਹੋ ਗਏ ਅੰਡੇਮਾਨ ਤੇ ਨਿਕੋਬਾਰ ਆ ਗਏ। ਕਲੀਅਰ, ਇੱਥੇ ਸ੍ਰੀਲੰਕਾ ਹੈ। ਇਹ ਸਾਡਾ ਇੰਡੀਅਨ ਓਸ਼ਨ ਆ ਗਿਆ ਸਾਰਾ। ਇੱਥੇ ਕੋਚੀਨ, ਜਿਹਨੂੰ ਕੋਚੀ ਕਿਹਾ ਜਾਂਦਾ ਹੈਗਾ ਗਾ। ਕਲੀਅਰ, ਇੱਥੇ ਮਦਰਾਸ ਲਿਖ ਲਓ, ਤੰਜੋਰ।
उस तो बाद इत्थे फिर साडा टापू आ गया लक्षद्वीप आ गया, ये गोवा आ गया, ठीक है। ये अर्बन जिहड़ा अरब सागर सीगा ये इत्थे आ गया। देखो नीचे भी आपां तकरीबन फिल्ला जिहड़ा कर लिया, जिहड़े नाल अटैच हैगे आ, जिहड़े पार्ट सानूं लगदे हैगे कि मैप दे विच ये तुसीं फिल कर लेना हैगा निचला सारा पार्ट। क्लीयर जी। देखो नीचों भी साडा फिल हो चुक्या गा ते उपरों भी आपां सारा फिल्ला जिहड़ा कर चुके हैं। हुण असीं मैप नूं की हैगा, हुण असीं इहनूं इंटरनल तो फिल करांगे क्योंकि असीं एक बाउंड्री है जिहड़ी बना चुके हैगे आ। क्लीयर। हुण आपां इंटरनल तो इहनूं फिल करना स्टार्ट करते हैं। देखो नीचे तो ही स्टार्ट करांगे। मद्रास लिख लेना, तंजौर की आपां पहलां ही गल कर ली। जिहड़ा एरिया देखो मैसूर तुसीं इहनूं लिख लेना हैगा। उस दे उपर ही तुसीं थोड़ा लिखोगे हैदराबाद के निजाम की गल करांगे, इत्थे 17 आ जाएगा। क्लीयर। जिहड़ी आपां देखांगे एक जिहड़ी स्टेट सीगी जिहड़ी लैफ्ट पॉलिसी के अधीन जिहड़ी मिलाई गई सी, इत्थे तक तुसीं लिख लेना हैगा। उस तो बाद फिर थोड़ा जिहा आपां उपर चले जावांगे मिड दे विच जो साडा मैप है इंडिया का, इत्थे देखोगे नागपुर रहेगा। ये सारा महाराष्ट्र मराठा जिन्होंने एरिया कहते सीगे, ये संबलपुर आ जाएगा, उदयपुर। क्लीयर जी। झांसी रहेगा उरे। क्लीयर। तो इस तरह सिंधिया रह जाएगा, इत्थे गायकवाड़ आ जाएगा, राजपूत का एरिया आ जाएगा। दिल्ली की आपां पहलां ही गल जिहड़ी कर चुके हैं। तो ये सारे जिहड़े तुसीं हैगा इत्थे इलाहाबाद लिख लेना हैगा, असाम की आपां पहलां ही गल कर चुके हैं। ये सारे प्लेस तुसीं फिल कर लेने हैगे फिलहाल। क्लीयर। एक बार दोबारा तो आपां रिपीट कर लेने हैगे। देखो सब तो पहले आपां गल करिए इत्थे हिमालय रेंज नूं असीं लिखांगे, हिमालय के उपर असीं चाइना ते नीचे नेपाल लिखांगे। तो उस तरह परबत के उपर तिब्बत है, नीचे भूटान के नीचे असीं असम लिखांगे। असम तो इधरली साइड जेकर असीं राइट साइड देखते इत्थे बर्मा आ जाएगा। क्लीयर। इस दे नीचे असम के नीचे बंगाल, तुसीं बंगाल के नाल ही कलकत्ता जिहड़ी उसकी कैपिटल है। क्लीयर जी। उस तो बाद थोड़ा जिहा असीं नॉर्थ वाल देख लांगे, कश्मीर आ जाएगा। कश्मीर तो उपर असीं अफगानिस्तान, ये सारा पंजाब आ जाएगा, ये साडी कैपिटल आ गई। इत्थे तक आपां फिल कर लिया। उस तो बाद देखो बिहार तुसीं आपां फिल कीता है, झांसी सिंधिया, ठीक है, नागपुर, तो ये तुसीं फिल कर लेना। उस तो बाद आपां नीचे भी देखिया सीगा बंगाल की खाड़ी सी, टापू सी, श्रीलंका सी, इंडियन ओशन जिहड़ा सीगा, अरब सागर सीगा, लक्षद्वीप सीगा, तो ये तुसीं फिल करना। उस तरह मैसूर, नागपुर ते हैदराबाद। क्लीयर जी। आई होप तुहानूं इत्थे तक सारा क्लीयर हो गया होगा कि मैप दे विच किस तरह तुसीं जिहड़े स्टेट ने जां कंट्री ने जो साडे इंडिया दे नाल अटैच ने वो किद्दां फिल करने हैगे आ। क्लीयर। आई होप इत्थे तक तुहानूं क्लीयर हो गया हो। हुण असीं गल करांगे 8057 दे जिहड़ा साडा मैप है कि उस समय कंडीशन की सीगी, जिहड़ा मैप सीगा ਉਹਦੀ देखते हैं आपां। देखो जी 8056 की आपां गल कर रहे हैगे आ कि 8056 ਦੇ ਵਿੱਚ मैप की कंडीशन की ਸੀਗੀ। ਤਾਂ ਇੱਥੇ ਅਸੀਂ देख रहे हैगे। देखो सब तो पहला ਅਸੀਂ सारा एरिया देखांगे कि हाँ जी ਕਿਹੜਾ एरिया ਸੀਗਾ ਜਿਹੜਾ ਇਹਨਾਂ ਨੇ ਆਪਦੇ ਵਿੱਚ ਇਨਵੋਲਵ ਜਿਹੜਾ ਕੀਤਾ ਸੀਗਾ। देखो ਆ सारा ਜਿਹੜਾ एरिया ਆਪਾਂ देख रहे हैगे, ठीक है, जिहड़ा रैड लाइन के अंडर जिहड़ा आ रहा हैगा गा। क्लीयर। तो ये भी की सीगा सारा जिहड़ियां ये रियासतां सीगियां, ये किते ना किते जिहड़ियां रियासतां सीगियां इत्थे थोड़ी बहुती जिहड़े अंग्रेज़ां ने उन्हां नूं अपने अधीन रखिया सी, पर प्रोपर नहीं रखिया होया सी। सिर्फ इत्थे कहा गया सी कि असीं तुहाडी सेफ्टी किहड़ा करांगे, इस करके इन्हां दे विच की सी आपदे उन्हां ने बंदे सी जिहड़े अपॉइंट ओह कर दित्ते गए सीगे। क्लीयर जी। ये याद रखना गा। उस तो बाद असीं देख रहे हैगे जो तुसीं आ देख रहे हो जिहदे नाल आपां ग्रीन दी लाइन जिहड़ी एंटर कीती हैगी आ, तो इस दे नाल की हैगा सिरा सारा एरिया हैगा। देखो ये सारा एरिया हैगा, ये सारा एरिया, ये सारा किहदे अंडर प्रोपर अंडर कर लिया सी उन्होंने। देखो उत्थे तक की सीगा कि थोड़ा बहुत अंडर सीगा, पर ये प्रोपर सीगा। जिवें पंजाब की असीं गल कर रहे हैगे आ, कुछ रियासतां जिहड़ियां उसदे अंडर आ गईयां। मैसूर दे विच असीं देखदे जदों जिहड़ी 1799 दे विच संधि हुंदी है टिप्पू सुल्तान तो बाद है ना, वो चीज़ इत्थे जिहड़ा मैसूर दा पार्ट है इत्थे तां नहीं इनवॉल्व हैगा क्योंकि मैसूर दे उपर की सीगा, मैसूर दे राजे नूं जिहड़ा पहलां तो राजवंश जिहड़ा चलदा रहा सी उस दे एक नाबालग जिहड़ा राजा सी उसनूं बिठा दिंदे। इस करके मैसूर दा इन्ना क एरिया जिहड़ा नहीं हुंदा, बाकी उसदे आस पास दे एरिया दे उपर कब्जा कर लैंदा हैगा कौन। इस करके अंग्रेज़ां दा इत्थे सारा कब्जा जिहड़ा हो जाता हैगा। क्लीयर जी। तो इदां तुसीं इहनूं अलग अलग कलर च भी तुसीं फिल कर सकते हो। जिस तरह आप देख लें थोड़ा जिहा करके कि जिवें आप इहनूं देख रहे हैं थोड़ा जिहा होर वधा लईए इहनूं आपां। देखो जिस तरह पहला तो यह हैगा इहनूं असीं थोड़ा जिहा इदां दे टच नाल इहनूं सारे नूं असीं फिल कर दांगे। क्लीयर।
ਤਾਂ ਐਦਾਂ ਤੁਸੀਂ ਇਹਨੂੰ ਸਾਰੇ ਸਾਰੇ ਕਲਰ ਇਹਨੂੰ ਫਿਲ ਕਰ ਲੈਣਾ ਹੈਗਾ, ਜਿਹੜੀ ਇਹ ਬਾਉਂਡਰੀ ਆਪਾਂ ਦਿੱਤੀ ਹੈਗੀ ਆ। ਕਲੀਅਰ। ਉਸ ਤੋਂ ਬਾਅਦ ਫਿਰ ਅਸੀਂ ਦੇਖ ਲਿਆ ਕਲਰ ਥੋੜ੍ਹਾ ਜਿਹਾ ਹੋਰ ਚੂਜ਼ ਕਰ ਲੈਂਦੇ ਆਪਾਂ, ਗ੍ਰੀਨ ਚੂਜ਼ ਕਰ ਲੈਂਦੇ ਹਾਂ। ਬਾਕੀ ਸਾਰਾ ਦਾ ਸਾਰਾ ਜਿਹੜਾ ਏਰੀਆ ਹੈਗਾ, ਜਿਹੜਾ ਇਹ ਹੈਗਾ ਏਰੀਆ, ਇਸ ਦੇ ਵਿੱਚ ਤੁਸੀਂ ਗ੍ਰੀਨ ਕਲਰ ਨੂੰ ਫਿਲ ਕਰ ਦੇਣਾ ਹੈਗਾ ਸਾਰੇ ਦੇ ਸਾਰੇ ਏਰੀਏ ਦੇ ਵਿੱਚ। ਕਲੀਅਰ। ਜਿੱਥੇ ਜਿੱਥੇ ਤੁਹਾਨੂੰ ਦਿਖ ਰਿਹਾ ਹੈਗਾ ਨਾ, ਇਹ ਸਾਰੇ ਦੇ ਸਾਰੇ ਨੂੰ ਤੁਸੀਂ ਗ੍ਰੀਨ ਦੇ ਵਿੱਚ ਹੀ ਫਿਲ ਕਰ ਦੇਣਾ ਹੈਗਾ ਗਾ। ਕਲੀਅਰ। ਤਾਂ ਇਹਦੇ ਨਾਲ ਸਾਡਾ ਮੈਪ ਦਿਖ ਜਾਏਗਾ। ਨੀਚੇ ਤੁਸੀਂ ਇੰਡੈਕਸ ਆ ਜਿਹੜਾ ਬਣਾ ਦੋਗੇ ਕਿ ਸਾਡਾ ਜਿਹੜਾ ਕਲਰ ਹੈਗਾ ਇਹ ਕਿਸ ਨੂੰ ਰੀਪ੍ਰਜੈਂਟ ਕਰ ਰਿਹਾ ਹੈਗਾ, ਤੇ ਦੂਸਰਾ ਕਲਰ ਕਿਸ ਨੂੰ ਰੀਪ੍ਰਜੈਂਟ ਆ ਜਿਹੜਾ ਕਰ ਰਿਹਾ ਹੈਗਾ। ਕਲੀਅਰ। ਸਭ ਤੋਂ ਪਹਿਲਾਂ ਜਿਹੜਾ ਜ਼ਰੂਰੀ ਹੈਗਾ ਗਾ ਉਹ ਹੈਗਾ ਗਾ ਕਿ ਜਿਹੜੇ ਤੁਹਾਡੇ ਨਾਲ ਲੱਗਦੀ ਕੋਈ ਕੰਟਰੀ ਆ ਜਾਂ ਸਟੇਟ ਆ ਜਿਹੜੀ ਵੀ, ਉਹ ਫਿਲ ਕਰਨੀ ਆ। ਉਸ ਤੋਂ ਬਾਅਦ ਇਹ ਧਿਆਨ ਦੇਣਾ ਕਿ ਉਸਦਾ ਕਿੰਨਾ ਪਾਰਟ ਜਿਹੜਾ ਇਨਵੋਲਵ ਉਸ ਸਮੇਂ ਹੋਇਆ ਸੀਗਾ। ਤਾਂ ਐਦਾਂ ਤੁਸੀਂ ਉਸ ਨੂੰ ਫਿਲ ਆ ਜਿਹੜਾ ਕਰ ਲੈਣਾ ਹੈਗਾ। ਕਲੀਅਰ ਜੀ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ। ਸਾਰਾ ਦਾ ਸਾਰਾ ਫਿਲ ਕਰ ਲੈਣੇ ਹੈਗੇ ਆ। ਐਦਾਂ ਹੀ ਜਿਸ ਤਰ੍ਹਾਂ ਆਪਾਂ ਇਹ ਬਾਉਂਡਰੀ ਬਣਾਈ ਆ ਨਾ, ਤੁਸੀਂ ਐਦਾਂ ਹੀ ਬਾਉਂਡਰੀ ਬਣਾ ਲੈਣੀ ਆ। ਕਲੀਅਰ। ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਨਾ, ਪਹਿਲਾਂ ਆਪਾਂ ਇਹ ਬਾਉਂਡਰੀ ਬਣਾਈ ਆ, ਦੇਖੋ ਇਹ ਬਾਉਂਡਰੀ ਹੈਗੀ। ਜਿੱਥੇ ਜਿਹੜੇ ਕੁਝ ਸਟੇਟ ਨੇ ਆਪਾਂ ਉਹਨੂੰ ਅਵਾਇਡ ਕੀਤਾ ਕਿਉਂਕਿ ਉਸ ਦੇ ਅਧੀਨ ਨਹੀਂ ਸੀਗਾ, ਕਿਉਂਕਿ ਇੱਥੇ ਪਾਲਿਸੀਆਂ ਅਲੱਗ-ਅਲੱਗ ਰਹਿੰਦੀਆਂ ਨੇ। ਕਲੀਅਰ। ਕਿਹੜੀਆਂ ਪਾਲਿਸੀਆਂ ਸੀਗੀਆਂ ਹੁਣ ਅਸੀਂ ਉਹਨਾਂ ਦੇ ਬਾਰੇ ਜਾਣਾਂਗੇ। ਕਲੀਅਰ। ਕਿ ਹਾਂਜੀ ਕਿਹੜੀ ਸਟੇਟ ਨੂੰ ਕਿੱਦਾਂ ਮਿਲਾਇਆ ਗਿਆ ਸੀਗਾ, ਜਦੋਂ ਆਪਾਂ ਇੱਥੇ ਗੱਲ ਕਰਾਂਗੇ। ਜਦੋਂ ਤੁਸੀਂ ਇਸ ਦਾ ਆਪਾਂ ਕਿ ਇਹਨੂੰ ਐਕਸਪਲੇਨ ਕਰਾਂਗੇ, ਤਾਂ ਐਕਸਪਲੇਨ ਦੇ ਵਿੱਚ ਹੀ ਤੁਸੀਂ ਸਾਰਾ ਦਾ ਸਾਰਾ ਦੇਖੋਗੇ ਕਿ ਹਾਂਜੀ ਜਿਸ ਤਰ੍ਹਾਂ ਝਾਂਸੀ ਹੈਗੀ ਆ ਲੈਫਟ ਦੀ ਪਾਲਿਸੀ ਦੀ ਨੀਤੀ ਦੇ ਅਧੀਨ ਆ ਗਈ, ਤਾਂ ਉੱਦਾਂ ਤੁਹਾਨੂੰ ਇੱਥੇ ਸਾਰਾ ਦਾ ਸਾਰਾ ਜਿਹੜਾ ਕਲੀਅਰ ਆ ਉਹ ਹੋ ਜਾਏਗਾ। ਕਲੀਅਰ। ਚਲੋ ਜੀ ਆਪਾਂ ਹੁਣ ਸਟਾਰਟ ਕਰਦੇ ਹਾਂ, ਇਹਨੂੰ ਐਕਸਪਲੇਨ ਕਰਦੇ ਹਾਂ ਕਿ ਹਾਂਜੀ ਕਿਸ ਕਿਸ ਨੂੰ ਜਿਹੜਾ ਮਿਲਾਇਆ ਗਿਆ ਸੀ ਤੇ ਕਿਵੇਂ ਮਿਲਾਇਆ ਗਿਆ ਸੀ, ਉਹਦੇ ਬਾਰੇ ਆਪਾਂ ਦੇਖਦੇ ਹੈਗੇ ਆ। ਚਲੋ ਜੀ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹੈਗੇ ਆ ਕਿ ਹਾਂਜੀ ਜਿਹੜਾ ਸਮਾਂ ਸੀ ਡਲਹੌਜੀ ਦੇ ਦੁਆਰਾ ਇੱਥੇ ਸਮਾਂ ਅਸੀਂ ਦੇਖ ਰਹੇ ਹਾਂ। ਦੇਖੋ 1848 ਤੋਂ ਲੈ ਕੇ 1856 ਦਾ ਜਿਹੜਾ ਟਾਈਮ ਸੀਗਾ ਉਹ ਕਿਹਦਾ ਸੀਗਾ, ਡਲਹੌਜੀ ਦਾ ਸੀਗਾ। ਕਲੀਅਰ। ਇਸ ਕਰਕੇ ਡਲਹੌਜੀ ਨੇ ਕੀ ਸੀਗਾ, ਉਸ ਦਾ ਕੀ ਸੀਗਾ ਕਿ ਜ਼ਿਆਦਾ ਤੋਂ ਜ਼ਿਆਦਾ ਏਰੀਆ ਜਿਹੜਾ ਇਨਕਰੇਜ ਕੀਤਾ ਜਾਵੇ, ਕਿਸ ਦਾ, ਅੰਗਰੇਜ਼ਾਂ ਦਾ। ਕਲੀਅਰ। ਓਕੇ। ਤਾਂ ਇੱਥੇ ਕੀ ਸੀਗਾ, ਜਿਹੜੇ ਵੀ ਕੰਪਨੀ ਇੱਥੇ ਹੈਗੀ ਆ ਕੰਪਨੀ ਦਾ ਕੀ ਹੈ, ਏਰੀਆ ਇਨਕਰੇਜ ਕਰਨਾ ਹੈਗਾ, ਕਿਉਂਕਿ ਜਿੰਨਾ ਏਰੀਆ ਇਨਕਰੇਜ ਹੋ ਗਿਆ ਉਹਨਾਂ ਦੀ ਇਕਨੋਮੀ ਕੀ ਹੋ ਜਾਏਗੀ, ਪਲੱਸ ਹੋ ਜਾਏਗੀ। ਕਲੀਅਰ ਜੀ। ਇਸ ਕਰਕੇ ਕੀ ਸੀਗਾ ਕਿ ਹਰ ਇੱਕ ਸਟੇਟ ਨੂੰ ਜੇਕਰ ਤਾਂ ਉਹਨੂੰ ਜਿੱਤਿਆ ਜਾ ਸਕਦਾ ਹੈਗਾ, ਉਸ ਤੋਂ ਉੱਪਰ ਅਟੈਕ ਕਰਕੇ ਜਿੱਤ ਲਓ। ਜੇਕਰ ਅਟੈਕ ਕਰਕੇ ਨਹੀਂ ਜਿੱਤਿਆ ਜਾਂਦਾ ਹੈਗਾ ਤਾਂ ਉਸ ਦੇ ਨਾਲ ਕੋਈ ਸੰਧੀ ਕਰ ਲਓ। ਜੇਕਰ ਸੰਧੀ ਦੇ ਰਾਹੀਂ ਵੀ ਨਹੀਂ ਹੁੰਦਾ ਤਾਂ ਉੱਥੇ ਕੀ ਹੈਗਾ ਗਾ, ਮੰਨ ਕੇ ਚਲੋ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਆਪਾਂ ਗੱਲ ਕਰਦੇ ਹਾਂ ਨਾ ਕਿ ਪ੍ਰੈਜ਼ੀਡੈਂਟ ਰੂਲ ਜਿਹੜਾ ਲੱਗ ਜਾਂਦਾ ਕਿਸੇ ਸਟੇਟ ਦੇ ਉੱਪਰ, ਕਿ ਜਿੱਥੇ ਅਸੀਂ ਗੱਲ ਕਰਦੇ ਹੈਗੇ ਆ ਕਿ ਸੰਵਿਧਾਨਿਕ ਤੌਰ 'ਤੇ ਕੀ ਹੈਗਾ ਗਾ ਕਿ ਉੱਥੇ ਦਾ ਜਿਹੜੀ ਗੌਰਮੈਂਟ ਆ ਉਹ ਪ੍ਰੋਪਰ ਕੰਮ ਨਹੀਂ ਕਰ ਰਹੀ ਹੁੰਦੀ, ਜਿਸ ਕਰਕੇ ਉਸ ਨੂੰ ਫੇਲ ਕਰਕੇ ਸਾਰੇ ਦੇ ਸਾਰੇ ਉੱਥੇ ਪ੍ਰੈਜ਼ੀਡੈਂਟ ਰੂਲ ਲੱਗੂਗਾ। ਉਸੇ ਹੀ ਤਰੀਕੇ ਨਾਲ ਕੁਝ ਨਾ ਕੁਝ, ਜਿਵੇਂ ਅਵਧ ਦੇਖਾਂਗੇ, ਅਵਧ ਦੇ ਸਿਸਟਮ ਨੂੰ ਇਹ ਕਹਿ ਦਿੰਦਾ ਕਿ ਉਰੇ ਦਾ ਸਿਸਟਮ ਜਿਹੜਾ ਵਧੀਆ ਨਹੀਂ ਹੈਗਾ, ਇੱਥੇ ਸ਼ਾਸਨ ਜਿਹੜਾ ਰਾਜਾ ਹੈਗਾ ਸ਼ਾਸਨ ਵਧੀਆ ਨਹੀਂ ਕਰ ਰਿਹਾ, ਉਸ ਨੂੰ ਅਸੀਂ ਕਿਸ ਦੇ ਵਿੱਚ ਲਵਾਂਗੇ, ਅਵਧ ਦੇ ਅਧੀਨ ਕਰ ਲਾਂਗੇ। ਤਾਂ ਇੱਦਾਂ ਦੀਆਂ ਜਿਹੜੀਆਂ ਪਾਲਿਸੀਆਂ ਨੇ ਸਾਨੂੰ ਇੱਥੇ ਦੇਖਣ ਨੂੰ ਦਿਖਾਈ ਦਿੰਦੀਆਂ ਨੇ, ਉਹ ਆਪਾਂ ਦੇਖਦੇ ਹੈਗੇ ਆ। ਚਲੋ ਜੀ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪੰਜਾਬ ਦੀ। ਕਲੀਅਰ ਜੀ। ਦੇਖੋ ਪੰਜਾਬ ਦੀ ਜੇਕਰ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਦੋ ਅਸੀਂ ਵਾਰ ਦੇਖ ਰਹੇ, ਐਂਗਲੋ ਐਂਡ ਸਿੱਖ ਵਾਰ ਐਂਡ ਫਸਟ ਐਂਡ ਸੈਕਿੰਡ। ਦੇਖੋ ਫਸਟ ਦੇ ਵਿੱਚ ਕੀ ਸੀਗਾ, ਇਸ ਨੂੰ ਇਨਵੋਲਵ ਨਹੀਂ ਕੀਤਾ ਗਿਆ ਸੀ ਪੰਜਾਬ ਨੂੰ, ਕਿਸ ਦੇ ਅਧੀਨ, ਅੰਗਰੇਜ਼ ਸਾਮਰਾਜ ਦੇ ਅਧੀਨ। ਪਰ ਸੈਕਿੰਡ ਵਰਲਡ ਵਾਰ ਦੇ ਅਧੀਨ ਸੈਕਿੰਡ ਨਹੀਂ, ਜਿਹੜਾ ਐਂਗਲੋ ਸਿੱਖ ਵਾਰ ਸੈਕਿੰਡ ਹੋਇਆ ਸੀਗਾ, ਉਸ ਦੇ ਅਧੀਨ ਕੀ ਸੀਗਾ, ਇਸ ਨੂੰ ਜਿਹੜਾ ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਲ ਸੀਗਾ ਜਿਹੜਾ ਕਰ ਲਿਆ ਗਿਆ ਸੀ, ਉਹ ਆਪਾਂ ਦੇਖਦੇ। ਦੇਖੋ ਡਲਹੌਜੀ ਹੀ ਸੀਗਾ, ਕਈ ਵਾਰੀ ਆ ਜਾਂਦਾ ਹੈਗਾ ਕਿ ਹਾਂਜੀ ਕੌਣ ਸੀਗਾ, ਡਲਹੌਜੀ ਦੇ ਦੁਆਰਾ ਹੀ ਸੀਗਾ। ਤਾਂ ਇੱਥੇ ਕੀ ਸੀਗਾ, ਗਫ ਜਿਹੜਾ ਉਸਦਾ ਕਮਾਂਡਰ ਸੀਗਾ, ਉਸਦੇ ਅਧੀਨ ਕਿਹੜੇ ਹੈਗੇ ਉਹ ਸੈਨਾ ਭੇਜਦਾ ਹੈਗਾ। ਪਰ ਇੱਥੇ ਕੀ ਹੁੰਦਾ ਹੈਗਾ, ਜਿਹੜੇ ਸਿੱਖ ਕੁਝ ਲੀਡਰ ਹੁੰਦੇ ਆ ਉਹ ਡਿਫੀਟ ਕਰ ਦਿੰਦੇ ਆ ਗਫ ਨੂੰ। ਕਿਹੜੇ ਦੇ ਵਿੱਚ, ਇਹ ਸੈਕਿੰਡ ਐਂਗਲੋ ਸਿੱਖ ਵਾਰ ਦੀ ਅਸੀਂ ਗੱਲ ਕਰ ਰਹੇ ਹਾਂ, ਜਿੱਥੇ ਸਭ ਤੋਂ ਪਹਿਲਾਂ ਹੈਗਾ ਜਿਹੜਾ ਰਾਮਨਗਰ ਦੇ ਵਿੱਚ ਹੋਇਆ ਸੀਗਾ। ਠੀਕ ਹੈ ਜੀ, 22 ਨਵੰਬਰ 1948 ਦੇ ਵਿੱਚ ਹੋਇਆ, ਜਿੱਥੇ ਸਿੱਖਾਂ ਦੀ ਜਿਹੜੀ ਜਿੱਤ ਹੁੰਦੀ ਆ। ਉਸ ਤੋਂ ਬਾਅਦ ਚਿਲਿਆਂ ਵਾਲੇ ਦੇ ਵਿੱਚ 13 ਜਨਵਰੀ 1849 ਦੇ ਵਿੱਚ ਇੱਥੇ ਵੀ ਜਿੱਤ ਹੁੰਦੀ ਆ ਸਿੱਖਾਂ ਦੀ। ਹੁਣ 2 ਤੇ ਸਿੱਖਾਂ ਦੀ ਜਿੱਤ ਹੋ ਜਾਂਦੀ ਆ। ਕਲੀਅਰ। ਤਾਂ ਜਿਸ ਦੇ ਨਾਲ ਕੀ ਹੁੰਦਾ ਹੈਗਾ, ਹੁਣ ਪ੍ਰੈਸ਼ਰ ਕਿਸ 'ਤੇ ਆ ਜਾਣਾ, ਡਲਹੌਜੀ 'ਤੇ। ਤਾਂ ਕਰਕੇ ਡਲਹੌਜੀ ਕੀ ਕਰਦਾ ਹੈਗਾ ਗਾ, ਗਫ ਦੀ ਜਗ੍ਹਾ ਉਹਦਾ ਕਮਾਂਡਰ ਹੀ ਚੇਂਜ ਕਰ ਦਿੰਦਾ ਹੈਗਾ। ਕਲੀਅਰ ਜੀ। ਕਮਾਂਡਰ ਜਦ ਚੇਂਜ ਕਰ ਦਿੰਦਾ ਹੈਗਾ, ਫਿਰ ਉਹ ਮੁਲਤਾਨ ਨੂੰ ਕੈਪਚਰ ਕਰ ਲੈਂਦੇ ਹੈਗੇ। ਕਦ, 22 ਜਨਵਰੀ 1849 ਦੇ ਵਿੱਚ ਫਿਰ ਮੁਲਤਾਨ ਨੂੰ ਆਪਦੇ ਅੰਡਰ ਲੈ ਲੈਂਦੇ ਹੈਗੇ ਆ। ਕਲੀਅਰ ਜੀ। ਉਸ ਤੋਂ ਬਾਅਦ ਜਿਹੜੀ ਲਾਸਟ ਬੈਟਲ ਹੁੰਦੀ ਆ, ਬੈਟਲ ਆਫ ਕੈਨਨਜ਼ ਜਿਹਨੂੰ ਕਹਿ ਦਿੰਦੇ ਆ, ਤੋਪਾਂ ਦੀ ਲੜਾਈ, ਗੁਜਰਾਤ ਦੀ,
21 ਫਰਵਰੀ 1849 ਦੇ ਵਿੱਚ ਜਿਹੜੀ ਹੁੰਦੀ ਆ। ਕਲੀਅਰ। ਇੱਥੇ ਕੀ ਹੈਗਾ, ਸਾਰੇ ਦੇ ਸਾਰੇ ਸਭ ਤੋਂ ਜ਼ਿਆਦਾ ਜਿਹੜੇ ਤੋਪਾਂ ਦਾ ਯੂਜ਼ ਕੀਤਾ ਜਾਂਦਾ ਹੈਗਾ, ਇਸ ਕਰਕੇ ਇਹਨੂੰ ਤੋਪਾਂ ਦੀ ਲੜਾਈ ਆਪਾਂ ਕਹਿੰਦੇ ਆ, ਜਿਸ ਦੇ ਵਿੱਚ ਕੀ ਹੈਗੇ ਆ, ਜਿਹੜੇ ਸਿੱਖ ਨੇ ਉਹ ਹਾਰ ਜਾਂਦੇ ਆ, ਉਹ ਆਪਣੇ ਹਥਿਆਰ ਜਿਹੜੇ ਸੁੱਟ ਦਿੰਦੇ ਆ ਅੰਗਰੇਜ਼ਾਂ ਦੇ ਅੱਗੇ। ਤਾਂ ਜਿਸ ਦੇ ਨਾਲ ਕੀ ਹੈਗਾ ਗਾ, ਇਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ, ਦੇਖੋ 21 ਫਰਵਰੀ ਦੀ ਗੱਲ ਕਰ ਰਹੇ ਆਪਾਂ, ਕੁਝ ਸਮੇਂ ਬਾਅਦ 29 ਮਾਰਚ 1849 ਦੇ ਵਿੱਚ 29 ਮਾਰਚ 1849 ਦੇ ਵਿੱਚ ਕੀ ਹੈਗਾ, ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿਹਦੇ ਦੁਆਰਾ, ਇਲੀਅਟ ਦੇ ਦੁਆਰਾ, ਕਿ ਜਿਹੜਾ ਅੱਜ ਤੋਂ ਬਾਅਦ ਪੰਜਾਬ ਹੈਗਾ ਕਿਸ ਦੇ ਅਧੀਨ ਚਲਾ ਗਿਆ, ਅੰਗਰੇਜ਼ੀ ਸਾਮਰਾਜ ਦੇ ਅਧੀਨ ਆ ਜਿਹੜਾ ਉਹ ਚਲਾ ਗਿਆ। ਅਤੇ ਇੱਥੇ ਦਾ ਜਿਹੜਾ ਮਹਾਰਾਜਾ ਸੀ ਦਲੀਪ ਸਿੰਘ ਦੇਖਦੇ ਹਾਂ, ਉਸ ਨੂੰ ਪੈਨਸ਼ਨ ਜਾਰੀ ਕਰਕੇ ਜਿਹੜਾ ਹਟਾ ਦਿੰਦੇ ਹੈਗੇ ਆ। ਮਤਲਬ ਕਿ ਸਾਰਾ ਦਾ ਸਾਰਾ ਕਬਜ਼ਾ ਕਿਸ ਦਾ ਹੋ ਜਾਂਦਾ ਪੰਜਾਬ ਦੇ ਉੱਪਰ, ਤਾਂ ਯਾਦ ਰੱਖਿਓ ਅੰਗਰੇਜ਼ਾਂ ਦਾ ਹੋ ਜਾਂਦਾ ਹੈਗਾ। ਅਤੇ ਇੱਥੇ ਤੁਸੀਂ ਇਹ ਵੀ ਯਾਦ ਰੱਖਣਾ ਹੈਗਾ ਕਿ ਜਿਹੜਾ ਸੈਕਿੰਡ ਐਂਗਲੋ ਸਿੱਖ ਵਾਰ ਸੀਗਾ ਉਸ ਦੇ ਵਿੱਚ 4 ਲੜਾਈਆਂ ਹੁੰਦੀਆਂ ਨੇ। ਦੇਖੋ ਰਾਮਨਗਰ ਦੀ ਹੋ ਗਈ, ਚਿਲਿਆਂਵਾਲੇ ਦੀ ਹੋ ਗਈ, ਮੁਲਤਾਨ ਅਤੇ ਗੁਜਰਾਤ, ਇਹ 4 ਹੋਈਆਂ। ਅਤੇ ਜੇਕਰ ਫਸਟ ਦੀ ਗੱਲ ਕਰਾਂਗੇ ਐਂਗਲੋ ਸਿੱਖ ਵਾਰ ਦੀ, ਤਾਂ ਉਸ ਦੇ ਵਿੱਚ ਕਿੰਨੀਆਂ 5 ਜਿਹੜੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਕਿਹੜੀਆਂ ਨੇ ਇਹ ਤੁਸੀਂ ਕਮੈਂਟ ਦੇ ਵਿੱਚ ਵੀ ਦੱਸਣਾ ਹੈਗਾ। ਚਲੋ ਇੱਥੇ ਆਪਾਂ ਗੱਲ ਕਰ ਲੈਂਦੇ। ਦੇਖੋ ਮੁਦਕੀ ਆ ਜਾਏਗਾ, ਫਿਰੋਜ਼ਪੁਰ ਆ ਜਾਏਗਾ, ਬਿਆਸ ਆ ਜਾਏਗਾ, ਅਲੀਵਾਲ ਆ ਜਾਏਗਾ ਅਤੇ ਸਭਰਾਓ ਆ ਜਾਏਗਾ। ਇਹ 5 ਦੀਆਂ 5 ਜਿਹੜੀਆਂ ਨੇ ਸਾਨੂੰ ਇਹ ਫਸਟ ਦੇ ਵਿੱਚ ਦਿਖਾਈ ਦਿੰਦੇ ਨੇ ਅਤੇ 4 ਸਾਨੂੰ ਸੈਕਿੰਡ ਦੇ ਵਿੱਚ ਦਿਖਾਈ ਦਿੰਦੇ। ਇਹ ਵੀ ਤੁਸੀਂ ਜ਼ਰੂਰ ਯਾਦ ਰੱਖਣਾ ਗਾ। ਚਲੋ ਜੀ ਅੱਗੇ ਚੱਲਦੇ ਹਾਂ। ਫਿਰ ਹੋਰ ਅਸੀਂ ਦੇਖਦੇ ਹੈਗੇ ਆ ਜਿਹਨੂੰ ਪੇਗੂ ਕਿਹਾ ਜਾਂਦਾ ਹੈ, ਜਾਂ ਲੋਅਰ ਜਿਹੜਾ ਬਰਮਾ ਦਾ ਉੱਪਰ ਆਪਾਂ ਪਾਰਟ ਦੇਖਿਆ। ਇੱਕ ਵਾਰ ਦੁਬਾਰਾ ਤੋਂ ਦੇਖ ਲਓ, ਥੋੜ੍ਹਾ ਜਿਹਾ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਆਪਾਂ ਕਿਸ ਪਾਰਟ ਦੀ ਗੱਲ ਕਰ ਰਹੇ ਹਾਂ। ਦੇਖੋ ਇੱਥੇ ਤੁਸੀਂ ਦੇਖ ਰਹੇ ਹੋ ਬਰਮਾ ਦਾ ਏਰੀਆ, ਲੋਅਰ ਦਾ ਮਤਲਬ ਹੈ ਨੀਚੇ ਦਾ ਜੋ ਏਰੀਆ ਹੈਗਾ ਇਹਦਾ, ਇਹ ਸਾਰਾ ਦਾ ਸਾਰਾ। ਤਾਂ ਇਸ ਪਾਰਟ ਦੀ ਆਪਾਂ ਗੱਲ ਆ ਜਿਹੜੀ ਕਰ ਰਹੇ ਹੈਗੇ ਆ। ਚਲੋ ਜੀ ਹੁਣ ਆਪਾਂ ਦੇਖਦੇ ਹਾਂ। ਤਾਂ ਇੱਥੇ ਕੀ ਸੀਗਾ ਆਪਾਂ ਦੇਖ ਲੈਣਾ, ਇੱਥੇ ਲੋਅਰ ਬਰਮਾ ਦੀ ਗੱਲ ਕਰਾਂਗੇ ਕਿ ਹਾਂਜੀ ਇਸ ਪਾਰਟ ਦੇ ਵਿੱਚ ਹੈ ਕੀ ਸੀਗਾ। ਕਲੀਅਰ। ਚਲੋ ਦੇਖਦੇ ਹਾਂ। ਦੇਖੋ ਇੱਥੇ ਕੀ ਸੀਗਾ 1852 ਦੇ ਵਿੱਚ ਕੀ ਸੀਗਾ, ਇੱਥੇ ਕੀ ਸੀਗਾ, ਇੱਥੇ ਜਿਹੜੇ ਵਪਾਰੀ ਸੀਗੇ ਜਿਹੜੀਆਂ ਉਹਨਾਂ ਦੀਆਂ ਡਿਮਾਂਡਾਂ ਸੀਗੀਆਂ। ਦੇਖੋ ਕਿਹੜੇ ਵਪਾਰੀ, ਕਿਹੜੇ ਟਰੇਡ ਕਿਹਦੇ ਨਾਲ ਕੀਤਾ ਯਾਰ, ਅੰਗਰੇਜ਼ ਹੀ ਕਰ ਰਹੇ ਹੈਗੇ ਆ। ਤਾਂ ਕਰਕੇ ਉਹ ਕੀ ਚਾਹੁੰਦੇ ਸੀਗੇ ਕਿ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਬੈਨੀਫਿਟ ਹੋਵੇ, ਪਰ ਜਿਹੜੇ ਉੱਥੇ ਦੇ ਰਾਜੇ ਹੈਗੇ ਉਹਨਾਂ ਅਲਾਉ ਨਹੀਂ ਕਰਦੇ ਹੈਗੇ। ਤਾਂ ਜਿਸ ਦੇ ਕਰਕੇ ਕੀ ਸੀਗਾ, ਇੱਥੇ ਕੀ ਕਰਦੇ ਹੈਗੇ, ਇਹ ਇੱਕ ਯੁੱਧ ਦੇ ਅਨਾਉਂਸਮੈਂਟ ਕਰ ਦਿੰਦੇ ਕਿਸ ਦੇ ਖਿਲਾਫ, ਬਰਮਾ ਦੇ ਖਿਲਾਫ, ਜਿਹਨੂੰ ਅਸੀਂ ਐਂਗਲੋ ਬਰਮਾ ਵਾਰ ਵੀ ਜਾਂ ਯੁੱਧ ਜਿਹੜਾ ਕਹਿ ਦਿੰਦੇ ਹੈਗਾ। ਗੋਡਵਿਨ ਜਿਹੜਾ ਕੀ ਸੀਗਾ ਕਮਾਂਡਰ ਸੀਗਾ, ਜਿਸ ਦੇ ਦਿਨ ਜਿਹੜਾ ਮਾਰਟਾਥਨ ਕਿਸੇ ਇੱਕ ਪਲੇਸ ਸੀ, ਜਿਸ ਤਰ੍ਹਾਂ ਟ੍ਰੇਡ ਜਿਹੜਾ ਇੱਕ ਤਰ੍ਹਾਂ ਦਾ ਸੈਂਟਰ ਰਹਿੰਦਾ, ਪਹਿਲਾਂ ਉਸ ਦੇ ਉੱਪਰ ਜਿੱਤ ਪ੍ਰਾਪਤ ਕਰ ਲੈਂਦੇ। ਉਸ ਤੋਂ ਬਾਅਦ ਰੰਗੂਨ ਦਾ ਕਿਲ੍ਹਾ, ਦੇਖੋ ਰੰਗੂਨ ਦੇ ਕਿਲ੍ਹੇ ਦੇ ਉੱਪਰ ਆਪਾਂ ਹਿਸਟਰੀ ਦੇ ਵਿੱਚ ਪੜ੍ਹਦੇ ਹਾਂ ਕਈ ਜਿਹੜੇ ਰਾਜੇ ਹੈਗੇ ਉੱਥੇ ਉਹਨਾਂ ਨੂੰ ਭੇਜਿਆ ਗਿਆ ਸੀ, ਬਾਅਦ ਦੇ ਵਿੱਚ ਉੱਥੇ ਹੀ ਐਕਸਪਾਇਰ ਜਿਹੜੇ ਉਹ ਹੋਏ ਸੀ, ਜਿਨ੍ਹਾਂ ਨੂੰ ਦੇਸ਼ ਨਿਕਾਲਾ ਜਦੋਂ ਦਿੱਤਾ ਜਾਂਦਾ ਰੰਗੂਨ ਭੇਜਿਆ ਜਾਂਦਾ ਸੀਗਾ। ਕਲੀਅਰ। ਤਾਂ ਇੱਦਾਂ ਹੀ ਕਰਦੇ ਕਰਾਉਂਦੇ ਸਾਰਾ ਦਾ ਸਾਰਾ ਜਿਹੜਾ ਕਬਜ਼ਾ ਹੁੰਦਾ, ਕਹਿੰਦਾ 20 ਦਸੰਬਰ 1852 ਦੇ ਵਿੱਚ ਡਲਹੌਜੀ ਦੇ ਦੁਆਰਾ ਇਹ ਅਨਾਉਂਸਮੈਂਟ ਕੀਤੀ ਜਾਂਦੀ ਹੈਗੀ ਆ ਕਿ ਜੋ ਪੇਗੂ ਜਾਂ ਲੋਅਰ ਜਿਹੜਾ ਬਰਮਾ ਹੈਗਾ ਉਸ ਦੇ ਉੱਪਰ ਕਿਸ ਦਾ ਅਧਿਕਾਰ ਹੈਗਾ, ਅੱਜ ਤੋਂ ਬਾਅਦ ਅੰਗਰੇਜ਼ੀ ਰਾਜ ਜਾਂ ਅੰਗਰੇਜ਼ੀ ਸਾਮਰਾਜ ਦਾ ਜਿਹੜਾ ਉਸਦੇ ਉੱਪਰ ਅਧਿਕਾਰ ਹੈਗਾ। ਜਦ ਕਿ ਜੇ ਦੇਖਿਆ ਜਾਵੇ ਤਾਂ ਇਹ ਕੋਈ ਜ਼ਬਰਦਸਤੀ ਜਿਹੜਾ ਏਰੀਆ ਸੀਗਾ ਇਹਨਾਂ ਤੋਂ ਲਿਆ ਗਿਆ ਸੀਗਾ। ਕਲੀਅਰ। ਤਾਂ ਕਰਕੇ ਇਹ ਵੀ ਤੁਸੀਂ ਉੱਥੇ ਲਿਖ ਦੇਣਾ ਹੈਗਾ। ਦੇਖੋ ਆਪਾਂ ਏਰੀਆ ਵੀ ਉੱਪਰ ਆਪਾਂ ਦੇਖ ਚੁੱਕੇ ਕਿ ਕਿੱਥੇ ਸੀਗਾ। ਚਲੋ ਜੀ ਉਸ ਤੋਂ ਬਾਅਦ ਅੱਗੇ ਚੱਲਦੇ ਹੈਗੇ ਆ। ਫਿਰ ਅਸੀਂ ਦੇਖਦੇ ਹੈਗੇ ਕੁਝ ਜਿਹੜੀਆਂ ਪ੍ਰਿੰਸੀ ਸਟੇਟ ਸੀਗੀਆਂ, ਪ੍ਰਿੰਸੀ ਸਟੇਟਾਂ ਨੂੰ ਮਿਲਾਉਣ ਵਾਸਤੇ ਕੀ ਸੀ, ਲੈਫਟਸ ਦੀ ਜਿਹੜੀ ਪਾਲਿਸੀ ਸੀ ਅਡੋਪਟ ਕੀਤੀ ਗਈ। ਹੁਣ ਲੈਫਟਸ ਦੀ ਪਾਲਿਸੀ ਹੈਗੀ, ਪਹਿਲਾਂ ਆਪਾਂ ਉਹ ਦੇਖ ਲੈਂਦੇ ਹੈਗੇ ਆ। ਲੈਫਟਸ ਦੀ ਪਾਲਿਸੀ ਕੀ ਸੀ, ਜੋ ਵੀ ਕੋਈ ਪ੍ਰਿੰਸੀ ਸਟੇਟ ਦਾ ਰਾਜਾ ਹੁੰਦਾ ਸੀ, ਕਿੰਗ ਜਿਹੜਾ ਹੁੰਦਾ ਸੀ, ਜੇਕਰ ਉਸਦੇ ਪਾਸ ਆਪਦੀ ਕੋਈ ਉਹਦੀ ਔਲਾਦ ਨਹੀਂ ਹੈਗੀ, ਮਤਲਬ ਕਿ ਚਲੋ ਉਸਦੇ ਪਾਸ ਕੋਈ ਵੀ ਪੁੱਤਰ ਨਹੀਂ ਹੈਗਾ ਗਾ, ਜੇਕਰ ਉਹ ਕਿਸੇ ਨੂੰ ਅਡੋਪਟ ਕਰ ਰਿਹਾ ਹੈਗਾ, ਕਿਸੇ ਨੂੰ ਗੋਦ ਲੈ ਰਿਹਾ ਹੈਗਾ, ਤਾਂ ਉਸ ਨੂੰ ਜਿਹੜਾ ਪੁੱਤਰ ਉਸਨੇ ਗੋਦ ਲਿਆ ਉਸ ਨੂੰ ਉਸਦਾ ਉੱਤਰਾਧਿਕਾਰੀ ਨਹੀਂ ਮੰਨਿਆ ਜਾਏਗਾ। ਜਿਹੜੀ ਉਸਦੀ ਪ੍ਰੋਪਰਟੀ ਹੈਗੀ ਆ ਉਹ ਸਾਰੀ ਦੀ ਸਾਰੀ ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਲਾ ਜਿਹੜੀ ਕੀਤੀ ਜਾਊਗੀ। ਇਸ ਨੂੰ ਕਿਹਾ ਜਾਂਦਾ ਸੀ ਲੈਫਟਸ ਆਫ ਪਾਲਿਸੀ। ਕਿਸ ਨੇ ਕੀਤੀ ਸੀ, ਇਹ ਡਲਹੌਜੀ ਦੇ ਦੁਆਰਾ ਹੀ ਅਪਲਾਈ ਆ ਜਿਹੜੀ ਕੀਤੀ ਗਈ ਸੀਗੀ। ਹੁਣ ਇਸ ਦੇ ਅਧੀਨ ਆਪਾਂ ਦੇਖ ਲੈਂਦੇ ਹਾਂ ਕੁਝ ਜਿਹੜੀਆਂ ਪ੍ਰਿੰਸੀ ਸਟੇਟਾਂ ਸੀਗੀਆਂ ਕਿਹੜੀਆਂ ਮਿਸਤਾਰ ਆ ਗਿਆ, ਜੈਤਪੁਰ ਆ ਗਿਆ, ਸਬਲਪੁਰ ਆ ਗਿਆ, ਠੀਕ ਹੈ, ਬਘਾਟ ਆ ਗਿਆ, ਝਾਂਸੀ ਆ ਗਿਆ। ਕਲੀਅਰ ਜੀ। ਨਾਗਪੁਰ। ਅਤੇ ਸਾਰੇ ਕਿਸ ਦੇ ਅਧੀਨ ਹੋ ਗਈਆਂ ਸੀਗੀਆਂ, ਜਿਹੜੀ ਲੈਫਟਸ ਆਫ ਪਾਲਿਸੀ ਸੀ ਉਸ ਦੇ ਅਧੀਨ ਜਿਹੜੇ ਸੀਗੇ ਸਟੇਟਾਂ ਸੀਗੀਆਂ, ਜਿਹੜੀਆਂ ਪ੍ਰਿੰਸੀ ਸਟੇਟ ਸੀਗੀਆਂ, ਜਿਹੜੀਆਂ ਆਪਦੇ ਵਿੱਚ ਇਨਵੋਲਵ ਕਰਨੀਆਂ ਸੀ ਅੰਗਰੇਜ਼ਾਂ ਨੇ। ਕਲੀਅਰ। ਤਾਂ ਜਿਸ ਦੇ ਕਰਕੇ ਇਹੀ ਜਿਹੜਾ ਇੱਕ ਰੀਜਨ ਰਿਹਾ ਸੀ 1857 ਦਾ ਜਿਹੜਾ ਰਿਵੋਲਟ ਹੋਇਆ ਸੀ, ਜਿਸ ਦੇ ਵਿੱਚ ਇਹ ਪ੍ਰਿੰਸੀ ਸਟੇਟ ਉਹਨਾਂ ਦੇ ਅਗੇਂਸਟ ਜਿਹੜੇ ਲੜੇ ਸੀਗੇ। ਕਲੀਅਰ। ਥੋੜ੍ਹੀ ਜਿਹੀ ਆਪਾਂ ਇਹਨਾਂ ਦੀ ਵੀ ਲੋਕੇਸ਼ਨ ਦੇਖ ਲੈਂਦੇ ਹੈਗੇ ਕਿ ਆਪਾਂ ਕਿੱਥੇ ਦੀ ਗੱਲ ਕਰ ਰਹੇ ਹੈਗੇ ਆ। ਕਲੀਅਰ। ਆਹ ਦੇਖੋ ਜੀ ਝਾਂਸੀ ਆ ਗਿਆ,
ਸਾਡਾ ਉਦੈਪੁਰ ਆ ਗਿਆ, ਸਬਲਪੁਰ ਆ ਗਿਆ, ਸਤਾਰਾ, ਜਿਹੜੇ ਇਹ ਸਾਰੇ ਸਾਰੀਆਂ ਜਿਹੜੀਆਂ ਸਟੇਟਾਂ ਸੀਗੀਆਂ ਇਹ ਕਿਸ ਦੇ ਅਧੀਨ ਸੀਗੀਆਂ? ਲੈਫਟ ਪਾਲਿਸੀ ਦੇ ਨੀਤੀ ਦੇ ਅਧੀਨ ਜਿਹੜੀਆਂ ਸੀਗੀਆਂ। ਕਲੀਅਰ? ਓਕੇ, ਚਲੋ ਜੀ ਅੱਗੇ ਚੱਲਦੇ ਹਾਂ। ਅੱਗੇ ਦੇਖਦੇ ਹਾਂ ਹੁਣ ਆਪਾਂ ਥੋੜ੍ਹਾ ਜਿਹਾ ਹੋਰ ਦੇਖ ਲੈਂਦੇ ਹਾਂ ਕਿ ਹਾਂਜੀ ਹੋਰ ਕਿਹੜੀਆਂ ਸੀਗੀਆਂ ਸਟੇਟਾਂ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਅਵਧ ਦੀ। ਹੁਣ ਅਵਧ ਦੀ ਆਪਾਂ ਗੱਲ ਕਰਦੇ ਹਾਂ ਕਿ ਅਵਧ ਦਾ ਕੀ ਰੋਲ ਰਿਹਾ। ਅਵਧ ਕੀ ਸੀਗਾ? ਦੇਖੋ ਅਵਧ ਸ਼ੁਰੂ ਤੋਂ ਕੀ ਸੀਗਾ, ਜਿਹੜਾ ਅੰਗਰੇਜ਼ੀ ਸਾਮਰਾਜ ਦਾ ਜਾਂ ਅੰਗਰੇਜ਼ਾਂ ਦਾ ਕੀ ਸੀਗਾ, ਵਫਾਦਾਰ ਰਿਹਾ, ਹੌਨੈਸਟ ਰਿਹਾ ਉਹਨਾਂ ਦੇ ਪ੍ਰਤੀ। ਪਰ ਇੱਥੇ ਕੀ ਸੀਗਾ, ਹੁਣ ਜਿਹੜੇ ਇੱਕ ਤਰ੍ਹਾਂ ਦੀਆਂ ਜਿਹੜੀ ਲਾਲਚ ਸੀ ਜਾਂ ਡਿਜ਼ਾਇਰ ਸੀ ਡਲਹੌਜੀ ਦੀ, ਉਹ ਕੀ ਸੀਗੀ ਕਿ ਅਵਧ ਕੀ ਸੀਗਾ, ਇੱਕ ਟ੍ਰੇਡ ਸੈਂਟਰ ਸੀਗਾ ਜਿੱਥੇ ਦਾ ਵਪਾਰ ਸਭ ਤੋਂ ਜ਼ਿਆਦਾ ਵਧੀਆ ਮੰਨਿਆ ਜਾਂਦਾ ਸੀਗਾ। ਤਾਂ ਕਰਕੇ ਉਹਨੂੰ ਇੱਦਾਂ ਸੀਗਾ ਕਿ ਮੈਂ ਅਵਧ ਨੂੰ ਆਪਦੇ ਅਧੀਨ ਕਰਾਂ, ਪਰ ਕੋਈ ਵੀ ਇੱਦਾਂ ਦੇ ਨਹੀਂ ਸੀਗਾ ਕਿ ਉਹ ਯੁੱਧ ਨਹੀਂ ਕਰ ਸਕਦੇ, ਕਿਉਂਕਿ ਇਹ ਕੀ ਸੀ, ਫਰੈਂਡ ਸੀਗਾ। ਕਲੀਅਰ? ਤਾਂ ਹੋਰ ਕੋਈ ਵੀ ਨਹੀਂ। ਤਾਂ ਇੱਥੇ ਕੀ ਸੀਗਾ, ਡਲਹੌਜੀ ਦੇ ਦੁਆਰਾ ਇੱਕ ਲਗਾਇਆ ਗਿਆ ਕਿ ਅਵਧ ਦੇ ਵਿੱਚ ਕੀ ਹੈਗਾ ਗਾ ਕਿ ਜਿਹੜਾ ਸ਼ਾਸਨ ਹੈਗਾ, ਸਿਸਟਮ ਜਿਹੜਾ ਆਪਰੇਟ ਹੋ ਰਿਹਾ, ਵਾਜਿਦ ਅਲੀ ਜਿਹੜਾ ਉੱਥੇ ਦਾ ਰਾਜਾ ਸੀ, ਵਾਜਿਦ ਅਲੀ ਸ਼ਾਹ ਦੇ ਦੁਆਰਾ ਜਿਹੜਾ ਰਾਜ ਭਾਗ ਹੈਗਾ ਗਾ ਜਾਂ ਜਿਹੜਾ ਪ੍ਰਸ਼ਾਸਨ ਉਹ ਵਧੀਆ ਨਹੀਂ ਚਲਾਇਆ ਰਿਹਾ, ਜਿਸ ਕਰਕੇ ਕੀ ਹੈਗਾ ਕਿ ਰੈਜ਼ੀਡੈਂਟ ਸਲੀਮੈਨ ਨੂੰ ਜਿਹੜਾ ਇੱਥੇ ਅਪਾਇੰਟ ਕੀਤਾ ਜਾਂਦਾ ਹੈਗਾ ਕਿ ਸਲੀਮੈਨ ਨੂੰ ਬੰਦੇ ਨੂੰ ਅਪਾਇੰਟ ਕੀਤਾ ਕਿ ਤੂੰ ਰਿਪੋਰਟ ਦਿਓ ਕਿ ਇੱਥੇ ਦਾ ਅਵਧ ਦਾ ਸ਼ਾਸਨ ਕਿੱਦਾਂ ਦਾ। ਤਾਂ ਜਦੋਂ ਉਹ ਰਿਪੋਰਟ ਦਿੰਦਾ ਹੈਗਾ, ਉਸਦੀ ਰਿਪੋਰਟ ਦੇ ਇੱਥੇ ਵਿੱਚ ਕਿਹਾ ਜਾਂਦਾ ਹੈਗਾ ਕਿ ਹਾਂਜੀ ਜਿਹੜਾ ਇੱਥੇ ਕੀ ਹੈ ਠੀਕ ਨਹੀਂ ਚੱਲ ਰਿਹਾ। ਫਿਰ ਬਾਅਦ ਦੇ ਵਿੱਚ ਇੱਕ ਬੰਦੇ ਨੂੰ ਫਿਰ ਬਦਲ ਦਿੰਦੇ, ਸਲੀਮੈਨ ਦੀ ਜਗ੍ਹਾ 'ਤੇ ਦੂਸਰੇ ਬੰਦੇ ਨੂੰ ਅਪਾਇੰਟ ਕੀਤਾ ਜਾਂਦਾ ਹੈਗਾ। ਤਾਂ ਉਸ ਦੇ ਦੁਆਰਾ ਵੀ ਇਹ ਕਿਹਾ ਜਾਂਦਾ ਹੈ ਕਿ ਇੱਥੇ ਕੀ ਹੈਗਾ ਗਾ, ਜਿਹੜਾ ਪ੍ਰਸ਼ਾਸਨ ਹੈਗਾ ਉਹ ਬਹੁਤ ਜ਼ਿਆਦਾ ਕਰਪਟ ਹੈਗਾ ਗਾ, ਸਿਸਟਮ ਵਧੀਆ ਆਪਰੇਟ ਨਹੀਂ ਕੀਤਾ ਜਾ ਰਿਹਾ ਰਾਜ ਦੇ ਦੁਆਰਾ। ਤਾਂ ਜਿਸ ਕਰਕੇ ਕੀ ਹੈਗਾ ਗਾ ਕਿ ਲੋਕਾਂ ਦੀ ਭਲਾਈ ਦੇ ਲਈ, ਕਿ ਜਿਹੜੇ ਉੱਥੇ ਦੇ ਲੋਕ ਨੇ ਅਵਧ ਦੇ, ਕਿ ਉਹਨਾਂ ਦੀ ਭਲਾਈ ਦੇ ਲਈ ਦੇਖਦੇ ਹੋਏ ਅਵਧ ਨੂੰ ਕੀ ਹੈਗਾ ਗਾ ਕਿਸ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ, ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਲਾ ਜਿਹੜਾ ਕੀਤਾ ਜਾ ਰਿਹਾ। 13 ਫਰਵਰੀ 1856 ਦੇ ਵਿੱਚ ਅਵਧ ਨੂੰ ਕੀ ਸੀਗਾ, ਸ਼ਾਮਲ ਕੀਤਾ ਗਿਆ ਸੀਗਾ ਅੰਗਰੇਜ਼ੀ ਸਾਮਰਾਜ ਦੇ ਵਿੱਚ। ਤਾਂ ਇਹ ਦੇਖੋ ਕੀ ਸੀਗਾ ਇੱਥੇ ਡਲਹੌਜੀ ਦਾ, ਇਹਦੀ ਕ੍ਰਿਟਿਸਿਜ਼ਮ ਵੀ ਇੱਥੇ ਹੁੰਦਾ ਹੈਗਾ ਡਲਹੌਜੀ ਦਾ, ਕਿਉਂਕਿ ਕੀ ਸੀਗਾ ਇੱਕ ਫਰੈਂਡ ਸੀ ਜਿਹੜੀ ਪ੍ਰਿੰਸੀ ਸਟੇਟ ਸੀਗੀ, ਉਸ 'ਤੇ ਵੀ ਕਿਸ ਤਰ੍ਹਾਂ ਜਿਹੜੇ ਇਹਨਾਂ ਨੇ ਕੀ ਸੀਗਾ ਇੱਕ ਆਰੋਪ ਲਗਾ ਕੇ, ਇੱਕ ਦੋਸ਼ ਲਗਾ ਕੇ ਉਸ ਨੂੰ ਵੀ ਆਪਣੇ ਅਧੀਨ ਸੀਗਾ ਜਿਹੜਾ ਕਰ ਲਿਆ ਸੀ। ਤਾਂ ਇਸ ਦੇ ਅਧੀਨ ਕੀ ਆ, ਅਵਧ ਵੀ ਜਿਹੜਾ ਆ ਜਾਂਦਾ ਹੈਗਾ। ਉੱਪਰ ਆਪਾਂ ਅਵਧ ਵੀ ਦੇਖਿਆ ਸੀਗਾ ਨਾ ਕਿ ਅਵਧ ਹੈ ਕਿੱਥੇ, ਤੁਸੀਂ ਮੈਪ ਦੇ ਵਿੱਚ ਵੀ ਯਾਦ ਰੱਖਣਾ ਕਿ ਅਵਧ ਹੈ ਕਿੱਥੇ। ਕਲੀਅਰ? ਓਕੇ, ਤਾਂ ਯਾਦ ਰੱਖਿਓ ਅਵਧ ਇਸ ਤਰ੍ਹਾਂ ਜਿਹੜਾ ਐਂਟਰ ਜਿਹੜਾ ਕਰ ਲੈਂਦੇ ਹੈਗੇ ਆ, ਇਨਵੋਲਵ ਕਰ ਲੈਂਦੇ ਆਪਦੇ ਰਾਜ ਦੇ ਵਿੱਚ। ਕਲੀਅਰ ਜੀ? ਹੁਣ ਥੋੜ੍ਹੇ ਜਿਹੇ ਹੋਰ ਦੇਖ ਲੈਂਦੇ ਆਪਾਂ। ਹੋਰ ਦੇਖਦੇ ਇੱਥੇ ਜਿਹੜਾ ਬਰਾੜ ਹੈ, ਬਰਾੜ ਦੇ ਉੱਪਰ ਸੰਧੀ ਦੇ ਰਾਹੀਂ ਇੱਥੇ ਕੀ ਸੀਗਾ, ਦੇਖੋ ਹੈਦਰਾਬਾਦ ਦਾ ਜਿਹੜਾ ਨਿਜ਼ਾਮ ਹੈਗਾ ਗਾ, ਉਸ ਨੂੰ ਕਹਿ ਦਿੰਦੇ ਹੈਗੇ ਕਿ ਤੂੰ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਰੈਵਨਿਊ ਜਾਂ ਟੈਕਸ ਦਿਓ। ਪਹਿਲਾਂ ਕੀ ਕਰਦਾ ਹੈਗਾ, ਉਹ ਜਵਾਬ ਦੇ ਦਿੰਦਾ, ਪਰ ਬਾਅਦ ਦੇ ਵਿੱਚ ਕਿਸੇ ਨਾ ਕਿਸੇ ਸੰਧੀ ਦੇ ਰਾਹੀਂ ਕੀ ਹੈਗਾ ਗਾ ਉਸ ਤੋਂ ਪੈਸਾ ਜਿਹੜਾ, ਜਿਸ ਤਰ੍ਹਾਂ 50 ਲੱਖ ਆਪਾਂ ਸਾਲਾਨਾ ਦੇਖ ਰਹੇ, ਤਾਂ ਇੰਨਾ ਬਹੁਤ ਜ਼ਿਆਦਾ ਸੰਧੀ ਦੇ ਰਾਹੀਂ ਕਿਸੇ ਜੁਰਮਾਨਾ ਲਗਾ ਕੇ ਤਾਂ ਕਿਤੇ ਨਾ ਕਿਤੇ ਇੰਟਰੈਕਟ ਤੌਰ 'ਤੇ ਇਹਨੂੰ ਕਿਸ ਦੇ ਅੰਡਰ ਕਰ ਲਿਆ ਗਿਆ, ਉਹਨਾਂ ਨੇ ਆਪਦੇ ਅਧੀਨ ਸੀਗਾ ਜਿਹੜਾ ਕਰ ਲਿਆ ਸੀਗਾ। ਕਲੀਅਰ? ਦੇਖੋ ਹੈਦਰਾਬਾਦ ਵੀ ਕਿਤੇ ਨਾ ਕਿਤੇ ਅਧੀਨ ਆ ਜਿਹੜਾ ਅੰਗਰੇਜ਼ਾਂ ਦੇ ਉਹ ਆ ਗਿਆ ਸੀਗਾ। ਮੈਸੂਰ ਦੇ ਉੱਪਰ ਆਪਾਂ ਹੈਦਰਾਬਾਦ ਦੇਖਿਆ ਸੀਗਾ। ਕਲੀਅਰ? ਹੋਰ ਦੇਖ ਲੈਂਦੇ ਹਾਂ। ਹੋਰ ਜਿਹੜੀਆਂ ਜਿਸ ਤਰ੍ਹਾਂ ਪ੍ਰਿੰਸੀ ਸਟੇਟਾਂ ਦੀ ਗੱਲ ਕਰ ਰਹੇ, ਜਿੱਥੇ ਕੀ ਸੀਗਾ ਜਿਹੜੇ ਪ੍ਰਿੰਸੀ ਸਟੇਟਾਂ ਦੇ ਟਾਈਟਲ ਸੀਗੇ ਉਹ ਵਾਪਸ ਲੈ ਲਏ ਗਏ ਅਤੇ ਉਹਨਾਂ ਦਾ ਰਾਜ ਭਾਗ ਨੂੰ ਖਤਮ ਕਰ ਦਿੱਤਾ ਗਿਆ। ਕਲੀਅਰ? ਕਿਹੜੇ ਕਿਹੜੇ ਸੀ, ਉਹਨਾਂ ਦੇ ਪੈਨਸ਼ਨਾਂ ਵੀ ਸੀ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ। ਦੇਖੋ ਪੇਸ਼ਵਾ ਦੀ ਗੱਲ ਹੈ, ਬਾਜੀ ਰਾਓ ਜਿਹੜਾ ਪੇਸ਼ਵਾ ਸੀ, ਜਦੋਂ ਜਿਹੜਾ ਉਸਨੇ ਪੁੱਤਰ ਲੈ ਲਿਆ ਸੀਗਾ ਨਾਨਾ ਸਾਹਿਬ, ਠੀਕ ਆ, ਉਸ ਤੋਂ ਬਾਅਦ ਆਪਾਂ ਰਿਵੋਲਟ ਦੇ ਵਿੱਚ ਵੀ ਇਹਦੀ ਐਂਟਰੀ ਦੇਖਦੇ ਹਾਂ ਨਾ, ਤਾਂ ਉਸਦੀ ਪੈਨਸ਼ਨ ਬੰਦ ਕਰ ਦਿੰਦੇ ਆ ਅਤੇ ਉਸ ਤੋਂ ਟਾਈਟਲ ਵੀ ਜਿਹੜਾ ਵਾਪਸ ਲੈ ਲੈਂਦੇ ਹੈਗੇ ਆ ਪੇਸ਼ਵਾ ਦਾ। ਤਾਂ ਜਿਸ ਕਰਕੇ ਨਾਨਾ ਸਾਹਿਬ ਜਿਹੜਾ ਹੈਗਾ ਪਾਰਟੀਸਪੇਟ ਕਰਦਾ 1857 ਦੇ ਰਿਵੋਲਟ ਦੇ ਵਿੱਚ। ਉਸੇ ਤਰੀਕੇ ਨਾਲ ਕਰਨਾਟਕਾ ਦਾ ਦੇਖਦੇ ਹੈਗੇ ਆ। ਕਰਨਾਟਕਾ ਦਾ ਜਿਹੜਾ ਰਾਜਾ ਸੀਗਾ ਆਜ਼ਮ ਸ਼ਾਹ, ਉਸ ਤੋਂ ਬਾਅਦ ਜਿਹੜਾ ਉਸਦਾ ਉੱਤਰਾਧਿਕਾਰੀ ਸੀ ਉਸਨੇ ਅਡੋਪਟ ਕੀਤਾ ਸੀਗਾ, ਤਾਂ ਉਸ ਕਰਕੇ ਉਸਦੀ ਵੀ ਪੈਨਸ਼ਨ ਜਿਹੜੀ ਇਹਨਾਂ ਨੇ ਬੰਦ ਸੀਗੀ ਉਹ ਕਰ ਦਿੱਤੀ ਗਈ, ਅਸੀਂ ਕੋਈ ਵੀ ਪੈਨਸ਼ਨ ਵਗੈਰਾ ਜਿਹੜੀ ਨਹੀਂ ਦੇਵਾਂਗੇ। ਉਸ ਤੋਂ ਬਾਅਦ ਅਖੀਰ 'ਤੇ ਆਪਾਂ ਦੇਖ ਲੈਂਦੇ ਹਾਂ ਤੰਜੌਰ ਦੇ ਵਿੱਚ ਵੀ ਇਹੀ ਸਿਸਟਮ ਆ ਜਿਹੜਾ ਅਡੋਪਟ ਕਰਦੇ ਆ ਇਹ, ਕਿ ਜਿਹੜੀਆਂ ਉਸਦੀਆਂ 2 ਬੇਟੀਆਂ ਹੁੰਦੀਆਂ ਨੇ, ਕੋਈ ਵੀ ਪੁੱਤਰ ਜਿਹੜਾ ਨਹੀਂ ਹੁੰਦਾ, ਇਸ ਕਰਕੇ ਕਿਸੇ ਨੂੰ ਉੱਤਰਾਧਿਕਾਰੀ ਨਹੀਂ ਬਣਦੇ, ਅਤੇ ਜਿਹੜਾ ਟਾਈਟਲ ਆ ਅਤੇ ਪੈਨਸ਼ਨ ਵਗੈਰਾ ਇਹਨਾਂ ਦੀ ਬੰਦ ਆ ਜਿਹੜੀ ਤੰਜੌਰ ਦੀ ਵੀ ਕਰ ਦਿੰਦਾ। ਤੰਜੌਰ ਕਿੱਥੇ ਦੇਖਿਆ ਸੀ ਆਪਾਂ, ਮਦਰਾਸ ਦੇ ਨੀਚੇ ਦਾ ਜਿਹੜਾ ਏਰੀਆ ਸੀ ਉਹ ਤੰਜੌਰ ਸੀ, ਸ੍ਰੀਲੰਕਾ ਤੋਂ ਉੱਪਰ। ਕਲੀਅਰ? ਤੁਸੀਂ ਇਹ ਵੀ ਦੇਖੋ ਮੈਪ ਦੇ ਵਿੱਚ ਵੀ ਧਿਆਨ ਰੱਖਣਾ ਹੈਗਾ ਕਿ ਕਿੱਥੇ ਕਿੱਥੇ ਸੀਗਾ। ਸੋ ਆਈ ਹੋਪ ਤੁਹਾਨੂੰ